ਸਾਹਿਤ ਦੇ ਰੂਪ ਨਾਟਕ। ਭਾਰਤੀ ਆਚਾਰਿਆਂ ਨੇ ਸਾਹਿਤ ਜਾਂ ਕਾਵਿ ਦੇ ਦੋ ਰੂਪ ਮੰਨੇ ਹਨ। ਇੱਕ ਸ਼੍ਰਵਿਆ, ਜੋ ਕੰਨਾਂ ਨਾਲ ਸੁਣਿਆ ਜਾ ਸਕੇ। ਉਦੋਂ ਸਾਰਾ ਸਾਹਿਤ ਕੋਈ ਇੱਕ ਵਾਚਕ ਹੋਰਨਾਂ ਨੂੰ ਪੜ੍ਹ ਕੇ ਸੁਣਾਉਂਦਾ ਸੀ। ਹੁਣ ਹਰ ਪੜ੍ਹਿਆ ਲਿਖਿਆ ਵਿਅਕਤੀ ਖੁਦ ਹੀ ਪੜ੍ਹ ਕੇ ਸਾਹਿਤ ਦਾ ਆਨੰਦ ਮਾਣ ਸਕਦਾ ਹੈ। ਸਾਹਿਤ ਦਾ ਦੂਜਾ ਰੂਪ ਹੈ ਦ੍ਰਿਸ਼, ਜੋ ਅੱਖਾਂ ਰਾਹੀਂ ਦੇਖਿਆ ਜਾ ਸਕੇ। ਅੱਖਾਂ ਰਾਹੀਂ ਦੇਖੇ ਜਾਣ ਵਾਲਾ ਸਾਹਿਤ ਰੂਪ ਹੈ ਨਾਟਕ। ਇਹ ਗੱਲ ਸਥਾਪਿਤ ਹੈ ਕਿ ਕੰਨਾਂ ਨਾਲ ਸੁਣੀ ਗੱਲ ਨਾਲੋਂ ਅੱਖਾਂ ਨਾਲ ਵੇਖੀ ਘਟਨਾ ਜਾਂ ਦ੍ਰਿਸ਼ ਜ਼ਿਆਦਾ ਰੋਚਕ ਹੁੰਦਾ ਹੈ। ਉਸ ਦਾ ਦਰਸ਼ਕ ਦੇ ਮਨ ਉੱਤੇ ਸਿੱਧਾ ਅਤੇ ਗੰਭੀਰ ਪ੍ਰਭਾਵ ਪੈਂਦਾ ਹੈ। ਇਸ ਲਈ ਸਪਸ਼ਟ ਹੈ ਕਿ ਨਾਟਕ ਬਾਕੀ ਸਾਹਿਤ ਰੂਪਾਂ ਨਾਲੋਂ ਅਧਿਕ ਹਰਮਨ ਪਿਆਰਾ ਅਤੇ ਪ੍ਰਭਾਵਸ਼ਾਲੀ ਹੈ। ਨਾਟਕ ਸ਼ਬਦ ਸੰਸਕ੍ਰਿਤ ਦੇ ਨਟ ਜਾਂ ਨਾਟ ਧਾਤੂ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਨਾਚ। ਬਾਅਦ ਵਿੱਚ ਨਾਟਕ ਦੇ ਅਰਥਾਂ ਵਿੱਚ ਨਕਲ ਜਾਂ ਅਨੁਕਰਨ ਨੂੰ ਵੀ ਜੋੜਿਆ ਜਾਣ ਲੱਗਿਆ। ਇਸ ਦੇ ਸਿਧਾਂਤਾਂ ਸੰਬੰਧੀ ਸਭ ਤੋਂ ਮੁੱਢਲੀ ਪਰ ਮਹੱਤਵਪੂਰਨ ਰਚਨਾ ਭਰਤ ਮੁਨੀ ਦਾ ਨਾਟਯ ਸ਼ਾਸਤਰ ਹੈ। ਇਸ ਰਚਨਾ ਦੇ ਆਧਾਰ ਤੇ ਡਾਕਟਰ ਰੋਸ਼ਨ ਲਾਲ ਅਹੂਜਾ ਨੇ ਨਾਟਕ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ। ਨਾਟਕ ਦੁੱਖ ਅਤੇ ਸੁੱਖ ਦੇ ਪ੍ਰਭਾਵ ਹੇਠਾਂ ਲੋਕਾਂ ਦੇ ਵਿਵਹਾਰਾਂ ਦਾ ਇਸ਼ਾਰਿਆਂ ਰਾਹੀਂ ਅਭਿਨੈ ਹੈ। ਇਹ ਅਭਿਨੈ ਨਕਲ ਹੈ। ਇਹ ਨਕਲ ਕਲਾਤਮਕ ਹੈ। ਇਸ ਨਕਲ ਦਾ ਘੇਰਾ 7 ਮਹਾਂਦਵੀਪ ਹੈ। ਲੋਕਾਂ ਦੇ ਵਿਵਹਾਰਾਂ, ਅਨੇਕ ਮਨੋਭਾਵਾਂ ਤੇ ਅਵਸਥਾਵਾਂ ਨੂੰ ਕਾਲਪਨਿਕ ਅਨੁਕਰਨ ਰਾਹੀਂ ਪੇਸ਼ ਕਰਦਾ ਹੈ। ਇਹ ਕਾਲਪਨਿਕ ਅਨੁਕਰਨ ਪ੍ਰਦਰਸ਼ਨ, ਖੇਡਣ, ਵੇਖਣ ਅਤੇ ਸੁਣਨ ਲਈ ਹੁੰਦਾ ਹੈ। ਨਾਟਕ ਸ਼ੁਰੂ ਤੋਂ ਹੀ ਭਾਰਤੀ ਸਾਹਿਤ ਦਾ ਮਹੱਤਵਪੂਰਨ ਸਾਹਿਤ ਰੂਪ ਰਿਹਾ ਹੈ। ਭਰਤ ਮੁਨੀ ਨੇ ਇਸ ਨੂੰ ਪੰਜਵਾਂ ਵੇਦ ਮੰਨਿਆ ਹੈ, ਕਿਉਂਕਿ ਇਹ ਸਾਰੇ ਵਰਨਾਂ ਜਾਂ ਜਾਤੀਆਂ ਲਈ ਵੇਖਣਯੋਗ ਹੈ। ਸੰਸਕ੍ਰਿਤ ਸਾਹਿਤ ਵਿੱਚ ਨਾਟਕ ਨੇ ਆਪਣੀਆਂ ਕਲਾਤਮਿਕ ਸਿਖਰਾਂ ਛੂਹੀਆਂ ਹਨ। ਨਾਟਕ ਦੀ ਇਹ ਦੀਰਘ ਪਰੰਪਰਾ ਮੁਸਲਿਮ ਕਾਲ ਵਿੱਚ ਮੱਠੀ ਪੈ ਗਈ, ਕਿਉਂਕਿ ਮੁਸਲਮਾਨ ਹੁਕਮਰਾਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਟਕ ਚੇਤਕ ਦੇ ਉਲਟ ਸਨ। ਇਸ ਲਈ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਾਟਕ ਵਿੱਚ ਭਾਰਤੀ ਨਾਟਕ ਕਲਾ ਦੇ ਅੰਸ਼ ਘੱਟ ਹਨ। ਇਸੇ ਤਰ੍ਹਾਂ ਪੰਜਾਬੀ ਨਾਟਕਾਂ ਦਾ ਆਧੁਨਿਕ ਯੁੱਗ ਵਿੱਚ ਲਿਖੇ ਜਾਣ ਕਾਰਨ ਇਹਨਾਂ ਦਾ ਪ੍ਰੇਰਨਾ ਸਰੋਤ ਪੱਛਮੀ ਸਾਹਿਤ ਹੈ। ਪੱਛਮ ਵਿੱਚ ਨਾਟਕ ਦਾ ਪੁਰਾਤਨ ਰੂਪ ਯੂਨਾਨ ਦੇ ਉਹਨਾਂ ਪੇਂਡੂ ਸਮਾਗਮਾਂ ਵਿੱਚ ਹੋਏ ਨਾਚਾਂ ਵਿੱਚ ਮਿਲਦਾ ਹੈ ਜੋ 600 ਵਰ੍ਹੇ ਈਸਾ ਪੂਰਵ ਕਾਲ ਵਿੱਚ ਪ੍ਰਕਿਰਤੀ ਜਾਂ ਦੇਵਤਾ ਦੇ ਸਮਾਨ ਵਿੱਚ ਹੁੰਦੇ ਹਨ। ਹੌਲੀ ਹੌਲੀ ਇਹਨਾਂ ਨਾਚਾਂ ਨਾਲ ਗੀਤ ਵੀ ਜੁੜਨ ਲੱਗੇ ਅਤੇ ਕੁਝ ਸਮੇਂ ਬਾਅਦ ਵਾਰਤਾਲਾਪ ਵੀ ਜੁੜ ਗਏ। ਇਸ ਤਰ੍ਹਾਂ ਜਿਉਂ-ਜਿਉਂ ਇਹਨਾਂ ਨਾਚਾਂ ਅਤੇ ਸੰਵਾਦਾਂ ਵਿੱਚ ਕਲਾਤਮਕਤਾ ਆਉਂਦੀ ਗਈ, ਤਿਉਂ-ਤਿਉਂ ਇਹਨਾਂ ਲਈ ਰੰਗਸ਼ਾਲਾ ਦੀ ਕਲਪਨਾ ਹੋਣ ਲੱਗੀ ਅਤੇ ਅੰਤ ਵਿੱਚ ਨਾਟਕ ਸਾਹਿਤ ਰੂਪ ਹੋਂਦ ਵਿੱਚ ਆਇਆ। ਸ਼ੁਰੂ ਵਿੱਚ ਦੁਖਾਂਤ, ਤਰਾਸਦੀ ਅਤੇ ਸੁਖਾਂਤ, ਬਸ 2 ਕਿਸਮਾਂ ਦੇ ਨਾਟਕ ਹੀ ਪ੍ਰਚਲਿਤ ਸਨ। ਮੱਧ ਯੁੱਗ ਵਿੱਚ ਈਸਾਈ ਪਾਦਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਧਾਰਮਿਕ ਅਤੇ ਸਦਾਚਾਰਕ ਨਾਟਕ ਖੇਡਣੇ ਸ਼ੁਰੂ ਕੀਤੇ, ਜੋ ਪਿੰਡ-ਪਿੰਡ, ਨਗਰ-ਨਗਰ ਘੁੰਮ ਫਿਰ ਕੇ ਖੇਡੇ ਗਏ। ਇਹਨਾਂ ਨਾਟਕਾਂ ਦੇ ਆਧਾਰ ਤੇ ਹੀ ਅੱਗੇ ਚੱਲ ਕੇ ਆਧੁਨਿਕ ਨਾਟਕ ਦਾ ਵਿਕਾਸ ਹੋਇਆ। 16ਵੀਂ ਸਦੀ ਵਿੱਚ ਜਿੱਥੇ ਨਾਟਕ ਦੀਆਂ ਪੁਰਾਤਨ ਸੀਮਾਵਾਂ ਅਤੇ ਮਾਨਤਾਵਾਂ ਟੁੱਟਣ ਲੱਗੀਆਂ, ਉੱਥੇ ਪਦ ਯਾਨੀ ਕਵਿਤਾ ਦੇ ਨਾਲ-ਨਾਲ ਗਦ ਯਾਨੀ ਵਾਰਤਕ ਵਿੱਚ ਵੀ ਨਾਟਕ ਲਿਖੇ ਜਾਣੇ ਆਰੰਭ ਹੋਏ। 18ਵੀਂ ਸਦੀ ਤੱਕ ਪਹੁੰਚਦਿਆਂ ਗਦ ਨੂੰ ਹੀ ਨਾਟਕ ਲਿਖਣ ਦਾ ਸਾਧਨ ਬਣਾਇਆ ਜਾਣ ਲੱਗਿਆ। ਪਰਿਭਾਸ਼ਾ। ਡਰਾਇਡਨ ਨੇ ਨਾਟਕ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ: ਨਾਟਕ ਮਨੁੱਖ ਦੇ ਸੁਭਾਅ ਦੀ, ਉਹਨਾਂ ਦੇ ਉਦਗਾਰਾਂ ਦੀ, ਉਸ ਦੇ ਹਾਸਿਆਂ ਅਤੇ ਕਿਸਮਤ ਦੀ ਅਦਲਾ ਬਦਲੀ ਦੀ, ਜਿਨ੍ਹਾਂ ਦਾ ਉਹ ਭਾਗੀ ਹੈ। ਮਨੁੱਖਤਾ ਦੇ ਸੁੱਖਾਂ ਅਤੇ ਸਿੱਖਿਆ ਲਈ ਵਾਸਤਵਿਕ ਅਤੇ ਸੰਜੀਵ ਤਸਵੀਰ ਹੋਣੀ ਚਾਹੀਦੀ ਹੈ।
ਨੇਮੀ ਚੰਦਰ ਜੈਨ ਨੇ ਨਾਟਕ ਦੀ ਪਰਿਭਾਸ਼ਾ ਕਰਦਿਆਂ ਦੱਸਿਆ ਹੈ ਕਿ ਨਾਟਕ ਸਿਰਜਣਾਤਮਕ ਕਲਾ ਦਾ ਉਹ ਰੂਪ ਹੈ ਜਿਸ ਵਿੱਚ ਕਿਸੇ ਮੁੱਖ ਸੰਵਾਦ ਆਧਾਰਿਤ ਲੇਖਕ ਜਾਂ ਕਥਾ ਨੂੰ ਅਭਿਨੇਤਾ ਰਾਹੀਂ ਰੰਗਮੰਚੀ ਸ਼ਿਲਪਾਂ ਦੀ ਸਹਾਇਤਾ ਨਾਲ ਰੰਗਮੰਚ ਉੱਤੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾ ਸਕੇ। ਇਸ ਵਿੱਚ ਸੰਪੂਰਨਤਾ ਅਭਿਨੈ ਦੇ ਪ੍ਰਦਰਸ਼ਨ ਨਾਲ ਆਉਂਦੀ ਹੈ। ਡਾਕਟਰ ਅਤਰ ਸਿੰਘ ਦੇ ਵਿਚਾਰ ਅਨੁਸਾਰ ਨਾਟਕ ਇੱਕ ਸਮੂਹਿਕ ਕਲਾ ਹੈ। ਇਸ ਦੀ ਸਮਾਜਿਕ ਸਾਰਥਕਤਾ ਬਾਕੀ ਸਾਹਿਤਕ ਕਲਾ ਅੰਗਾਂ ਨਾਲੋਂ ਵਧੇਰੇ ਹੈ ਤੇ ਇਸ ਦਾ ਪ੍ਰਭਾਵ ਵਧੇਰੇ ਡੂੰਘਾ ਤੇ ਵਿਸ਼ਾਲ ਖੇਤਰ ਵਿੱਚ ਮਾਰ ਕਰਨ ਵਾਲਾ ਹੁੰਦਾ ਹੈ। ਆਈਸੀ ਨੰਦਾ ਅਨੁਸਾਰ ਨਾਟਕ ਦਾ ਵੱਡਾ ਮਤਲਬ ਹੀ ਸਾਡੀ ਰੋਜ਼ ਦਿਹਾੜੀ ਦੀ ਜ਼ਿੰਦਗੀ ਦੇ ਵਰਤਾਰੇ ਦਾ ਨਕਸ਼ਾ ਖਿੱਚਣਾ ਹੈ। ਅਸੂਲ ਇਹ ਹੈ ਕਿ ਹਰ ਇੱਕ ਨਾਟਕ ਦੇ ਪਾਤਰ ਦੀ ਬੋਲੀ ਇਸ ਢੰਗ ਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਹੂ-ਬ-ਹੂ ਆਪਣੇ ਅਸਲ ਰੰਗ ਵਿੱਚ ਨਾਟਕ ਦੇ ਪੜਾਅ ਜਾਂ ਵੇਖਣ ਵਾਲਿਆਂ ਦੀ ਅੱਖਾਂ ਸਾਹਮਣੇ ਆ ਜਾਵੇ। ਬਲਵੰਤ ਗਾਰਗੀ ਦੀ ਸਥਾਪਨਾ ਹੈ ਕਿ ਮੰਚ ਉੱਤੇ ਹੋ ਰਿਹਾ ਕਾਰਜ ਕਿਸੇ ਜੀਵਨ ਘਟਨਾ ਦੀ ਝਾਕੀ ਨਹੀਂ, ਸਗੋਂ ਤਪਦੇ ਹੋਏ ਮਨੋਵਿਗਿਆਨਿਕ ਥਲਾਂ ਦੀ ਨਾਟਕੀ ਪ੍ਰਦਰਸ਼ਨੀ ਹੈ। ਉਹ ਵਾਰ-ਵਾਰ ਯਥਾਰਥ ਦੇ ਭਰਮ ਨੂੰ ਤੋੜਦਾ ਹੈ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਕੇ ਆਖਦਾ ਹੈ ਕਿ ਅਸੀਂ ਮੰਚ 'ਤੇ ਕੰਮ ਕਰਨ ਵਾਲੇ ਐਕਟਰ ਹਾਂ ਤੇ ਭੇਸ ਵਟਾ ਕੇ ਤੁਹਾਨੂੰ ਯਥਾਰਥ ਦੇ ਪਿੱਛੇ ਲੁਕਿਆ ਯਥਾਰਥ ਵਿਖਾ ਰਹੇ ਹਾਂ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਨਾਟਕ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਵਿੱਚ ਜੀਵਨ ਦੀ ਕਿਸੇ ਘਟਨਾ ਨੂੰ ਅਨੁਕਰਨ ਦੇ ਆਧਾਰ 'ਤੇ ਰੰਗਮੰਚ ਉੱਪਰ ਫਿਰ ਤੋਂ ਸਿਰਜਿਆ ਜਾਂਦਾ ਹੈ। ਇਸ ਤਰ੍ਹਾਂ ਦਰਸ਼ਕਾਂ ਸਾਹਮਣੇ ਜੀਵਨ ਦੇ ਕਿਸੇ ਸੱਚ ਦੀ ਵਿਆਖਿਆ ਪਾਤਰਾਂ ਦੇ ਕਾਰਜ ਰਾਹੀਂ ਪੇਸ਼ ਕੀਤੀ ਜਾਂਦੀ ਹੈ। ਪ੍ਰਕਿਰਤੀ ਉਪਰੋਕਤ ਪਰਿਭਾਸ਼ਾਵਾਂ ਤੋਂ ਨਾਟਕ ਦੀ ਪ੍ਰਕਿਰਤੀ ਜਾਂ ਸਰੂਪ ਸਪਸ਼ਟ ਹੋ ਗਿਆ ਹੋਵੇਗਾ। ਅਸਲ ਵਿੱਚ ਨਾਟਕ ਨਿਰਾ ਸਾਹਿਤ ਨਹੀਂ, ਇਸ ਵਿੱਚ ਅਭਿਨੈ ਕਲਾ ਵੀ ਸ਼ਾਮਿਲ ਹੈ। ਨਾਟਕ ਜ਼ਿੰਦਗੀ ਦਾ ਪ੍ਰਗਟਾਅ ਹੈ, ਇੱਕ ਅਜਿਹੀ ਮਿਸ਼ਰਿਤ ਕਲਾ ਹੈ ਜਿਸ ਦਾ ਸੰਬੰਧ ਇੱਕ ਪਾਸੇ ਤਾਂ ਸਾਹਿਤ ਨਾਲ ਹੈ ਅਤੇ ਦੂਜੇ ਪਾਸੇ ਰੰਗਮੰਚ ਨਾਲ ਹੈ। ਇਹ ਇੱਕ ਵਧੀਆ ਦਿਲ ਪਰਚਾਵਾ ਹੈ। ਇਸ ਵਿੱਚ ਕਿਸੇ ਦ੍ਰਿੜ ਆਤਮਾ ਦੀ ਜੀਵਨ ਲੀਲਾ ਨੂੰ ਵਾਰਤਾਲਾਪ ਰਾਹੀਂ ਵਧਾ ਘਟਾ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਵੇਖਣ ਸੁਣਨ ਵਾਲਿਆਂ ਦੇ ਮਨ ਪਵਿੱਤਰ, ਸਵੱਛ, ਵੀਰ, ਸੋਚਵਾਨ ਬਣ ਜਾਂਦੇ ਹਨ। ਸੰਘਰਸ਼ ਅਤੇ ਟੱਕਰ ਇਸ ਦੀ ਜਿੰਦ ਜਾਨ ਹੈ। ਨਾਟਕ ਦੇ ਕਈ ਤੱਤ ਹੋਰਨਾਂ ਸਾਹਿਤ ਰੂਪਾਂ ਨਾਲ ਮੇਲ ਖਾਂਦੇ ਹਨ, ਖਾਸ ਕਰਕੇ ਨਾਵਲ ਨਾਲ। ਦੋਹਾਂ ਵਿੱਚ ਕਥਾ ਵਸਤੂ, ਪਾਤਰ ਉਸਾਰੀ, ਵਾਰਤਾਲਾਪ, ਦੇਸ਼ ਕਾਲ, ਵਾਤਾਵਰਨ, ਭਾਸ਼ਾ ਸ਼ੈਲੀ ਅਤੇ ਉਦੇਸ਼ ਨਾਂ ਦੇ ਤੱਤ ਹੁੰਦੇ ਹਨ। ਪਰ ਫਿਰ ਵੀ ਦੋਵੇਂ ਵੱਖ-ਵੱਖ ਸਾਹਿਤ ਰੂਪ ਹਨ ਕਿਉਂਕਿ ਇਸ ਅੰਤਰ ਦਾ ਕਾਰਨ ਨਾਟਕ ਦੀ ਆਪਣੀ ਪ੍ਰਕਿਰਤੀ ਜਾਂ ਸਰੂਪ ਹੈ। ਨਾਟਕ ਆਪਣੀ ਕਥਾ ਵਸਤੂ ਦਰਸ਼ਕਾਂ ਸਾਹਮਣੇ ਪੇਸ਼ ਕਰਦਾ ਹੈ। ਇਸ ਪੇਸ਼ਕਾਰੀ ਲਈ ਅਭਿਨੈ ਅਤੇ ਰੰਗਮੰਚ ਦੀ ਲੋੜ ਹੈ। ਵਰਸਫੋਲਡ ਨੇ ਕਿਹਾ ਹੈ ਕਿ ਨਾਟਕ ਕਲਾ ਦਾ ਇੱਕ ਅਜਿਹਾ ਮਿਲਿਆ ਜੁਲਿਆ ਰੂਪ ਹੈ ਜਿਸ ਵਿੱਚ ਨਾਟਕਕਾਰ, ਅਭਿਨੈ ਕਰਤਾ ਅਤੇ ਰੰਗਮੰਚ ਦੇ ਸੰਸਥਾਪਕ ਦਾ ਮਿਲਵਾਂ ਯੋਗਦਾਨ ਰਹਿੰਦਾ ਹੈ। ਨਾਟਕ ਵਿੱਚ ਸਮੇਂ ਦਾ ਬਹੁਤ ਮਹੱਤਵ ਹੈ। ਨਾਟਕਕਾਰ ਆਪਣੀ ਕਥਾ ਵਸਤੂ ਨੂੰ ਸਮੇਂ ਦੀ ਸੀਮਾ ਤੋਂ ਅਧਿਕ ਵਧਾ ਘਟਾ ਨਹੀਂ ਸਕਦਾ। ਉਸ ਨੇ ਦਰਸ਼ਕਾਂ ਦੀ ਵਿਹਲ ਦੀ ਸੀਮਾ ਨੂੰ ਵੇਖਣਾ ਹੁੰਦਾ ਹੈ। 2-3 ਘੰਟਿਆਂ ਤੋਂ ਵੱਧ ਦਰਸ਼ਕਾਂ ਲਈ ਬੈਠਣਾ ਸੰਭਵ ਨਹੀਂ। ਇਸ ਲਈ ਨਾਟਕਕਾਰ ਨੂੰ ਆਪਣੀ ਕਥਾ ਵਸਤੂ ਅਤੇ ਪਾਤਰਾਂ ਦੀ ਕਾਂਟ ਛਾਂਟ ਕਰਨੀ ਪੈਂਦੀ ਹੈ। ਨਾਟਕ ਵਿੱਚ ਭਾਵਾਂ ਨੂੰ ਪੂਰੀ ਤੀਬਰਤਾ ਅਤੇ ਸਪਸ਼ਟਤਾ ਨਾਲ ਪੇਸ਼ ਕੀਤਾ ਜਾਂਦਾ ਹੈ। ਇਹ ਇਸ ਪੱਖੋਂ ਹੋਰਨਾਂ ਸਾਹਿਤ ਰੂਪਾਂ ਨਾਲੋਂ ਅੱਗੇ ਹੈ। ਨਾਟਕ ਵਿੱਚ ਕੋਈ ਫਾਲਤੂ ਗੱਲ ਨਹੀਂ ਕਹੀ ਜਾ ਸਕਦੀ। ਇਸ ਦੀ ਹਰ ਪੰਕਤੀ, ਹਰ ਸ਼ਬਦ ਅਰਥਪੂਰਨ ਹੁੰਦਾ ਹੈ।
ਨਾਟਕ ਨੇ ਚूंकि ਹਰ ਗੱਲ ਰੰਗਮੰਚ ਉੱਤੇ ਪੇਸ਼ ਕਰਨੀ ਹੁੰਦੀ ਹੈ, ਇਸ ਲਈ ਭਾਸ਼ਾ ਦੀ ਸ਼ਾਲੀਨਤਾ, ਸਰਲਤਾ, ਸੁਭਾਵਿਕਤਾ ਵੱਲ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਨਾਟਕ ਵਿੱਚ ਲੇਖਕ ਆਪਣੇ ਵੱਲੋਂ ਕੁਝ ਨਹੀਂ ਕਹਿ ਸਕਦਾ। ਉਸਨੇ ਜੋ ਕੁਝ ਕਹਿਣਾ ਹੈ ਆਪਣੇ ਪਾਤਰਾਂ ਰਾਹੀਂ ਕਹਿਣਾ ਹੈ। ਇਸ ਲਈ ਪਾਤਰਾਂ ਦੇ ਵਾਰਤਾਲਾਪ ਨੂੰ ਬੜੀ ਨਿੱਝ ਨਾਲ ਲਿਖਣਾ ਪੈਂਦਾ ਹੈ ਤਾਂ ਜੋ ਉਹ ਪ੍ਰਭਾਵਸ਼ਾਲੀ ਹੋਏ ਅਤੇ ਉਸ ਦੇ ਵਿਚਾਰਾਂ ਨੂੰ ਪਾਠਕ ਤੱਕ ਸਹੀ ਪਰਿਪੇਖ ਵਿੱਚ ਪਹੁੰਚਾਏ। ਨਾਟਕ ਵਿੱਚ ਅਪ੍ਰਸੰਗਿਕ ਜਾਂ ਉਪਕਥਾਵਾਂ ਦਾ ਬਹੁਤ ਘੱਟ ਸਥਾਨ ਹੈ। ਉਸ ਨੂੰ ਆਪਣੀ ਕਥਾ ਵਸਤੂ ਵਿੱਚ ਕੋਈ ਅਜਿਹੀ ਗੱਲ ਵੀ ਵਰਜਿਤ ਹੈ ਜੋ ਰੰਗਮੰਚ ਉੱਤੇ ਵਿਖਾਈ ਨਾ ਜਾ ਸਕੇ। ਇਸ ਵਿਚਲੇ ਪਾਤਰ ਮਨੁੱਖ ਹੀ ਹੁੰਦੇ ਹਨ ਕਿਉਂਕਿ ਮਨੁੱਖ ਪਾਤਰ ਹੀ ਨਾਟਕ ਵਿੱਚ ਆਪਣਾ ਸਹੀ ਅਭਿਨੈ ਕਰ ਸਕਦੇ ਹਨ। ਸਪਸ਼ਟ ਹੈ ਕਿ ਨਾਟਕ ਦਾ ਸਰੂਪ ਬਾਕੀ ਸਾਹਿਤ ਰੂਪਾਂ ਨਾਲੋਂ ਤਕਨੀਕ ਅਤੇ ਭਾਵ ਅਭਿਵਿਅਕਤੀ ਦੀ ਦ੍ਰਿਸ਼ਟੀ ਤੋਂ ਵੱਖਰਾ ਹੈ। ਇਸ ਦਾ ਸਾਹਿਤ ਆਨੰਦ ਕੇਵਲ ਲਿਖਣ ਨਾਲ ਪ੍ਰਾਪਤ ਨਹੀਂ ਹੋ ਜਾਂਦਾ ਅਤੇ ਨਾ ਹੀ ਨਾਟਕਕਾਰ ਦਾ ਕਾਰਜ ਮੁੱਕ ਜਾਂਦਾ ਹੈ। ਇਸ ਦੀ ਸੰਪੂਰਨਤਾ ਜਾਂ ਰੰਗਮੰਚ ਉੱਤੇ ਪੇਸ਼ ਹੋਣ ਉਪਰੰਤ ਹੀ ਹੁੰਦੀ ਹੈ। ਫਲਸਰੂਪ ਜਿੱਥੇ ਹੋਰ ਸਾਹਿਤ ਰੂਪ ਕੇਵਲ ਸ਼ਬਦਾਂ ਰਾਹੀਂ ਜੀਵਨ ਸੱਚ ਦੀ ਵਿਆਖਿਆ ਕਰਦੇ ਹਨ, ਉੱਥੇ ਨਾਟਕ ਪਾਤਰਾਂ ਦੀ ਕਲਾਤਮਕਤਾ, ਰੰਗਮੰਚ ਦੀ ਸਜਾਵਟ ਆਦਿ ਅਨੇਕ ਸਾਧਨਾਂ ਉੱਤੇ ਨਿਰਭਰ ਕਰਦਾ ਹੈ। ਇਸ ਲਈ ਨਾਟਕ ਸਾਹਿਤ, ਅਭਿਨੈ ਅਤੇ ਮੰਚ ਕਲਾ ਤਿੰਨਾਂ ਦਾ ਮਿਲਵਾ ਰੂਪ ਹੈ। ਨਾਟਕ ਦੇ ਤੱਤ। ਨਾਟਕ ਦੇ ਤੱਤਾਂ ਨੂੰ ਵਿਚਾਰਨ ਲਈ ਦੋ ਨਾਟਕੀ ਪਰੰਪਰਾਵਾਂ ਨੂੰ ਸਾਹਮਣੇ ਰੱਖਣਾ ਹੋਵੇਗਾ, ਇੱਕ ਭਾਰਤੀ ਅਤੇ ਦੂਜੀ ਪੱਛਮੀ। ਭਾਰਤੀ ਨਾਟਕ ਪਰੰਪਰਾ। ਇਸ ਪਰੰਪਰਾ ਦਾ ਆਰੰਭ ਭਰਤ ਮੁਨੀ ਤੋਂ ਹੁੰਦਾ ਹੈ। ਭਰਤ ਮੁਨੀ ਨੇ ਨਾਟਕ ਦੇ 4 ਮੁੱਖ ਤੱਤ ਮੰਨੇ ਹਨ, ਜਿਵੇਂ ਸੰਵਾਦ, ਗਾਨ, ਨਾਟਯ ਅਤੇ ਰਸ। ਬਾਅਦ ਵਿੱਚ ਹੋਏ ਆਚਾਰੀਆ ਧਨੰਜਯ ਅਨੁਸਾਰ ਨਾਟਕ ਦੇ 3 ਤੱਤ ਹਨ, ਵਸਤੂ, ਨੇਤਾ ਅਤੇ ਰਸ। ਇਸ ਤੋਂ ਪਿੱਛੇ ਹੋਏ ਵਿਦਵਾਨਾਂ ਨੇ ਅਭਿਨੈ ਅਤੇ ਵ੍ਰਿਤੀ ਨਾਂ ਦੇ 2 ਹੋਰ ਤੱਤ ਵੀ ਨਾਲ ਜੋੜੇ ਹਨ। ਇਹਨਾਂ ਦਾ ਕੁਝ ਵਿਸਤਾਰ ਨਾਲ ਵਿਸ਼ਲੇਸ਼ਣ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ। ਵਸਤੂ। ਇਸ ਨੂੰ ਕਥਾਨਕ ਵੀ ਕਿਹਾ ਜਾ ਸਕਦਾ ਹੈ। ਇਹ ਨਾਟਕ ਦਾ ਮੁੱਖ ਤੱਤ ਹੈ। ਇਸ ਦਾ ਨਾਟਕ ਵਿੱਚ ਸਥਾਨ ਸਰੀਰ ਵਿਚਲੀ ਰੀੜ੍ਹ ਦੀ ਹੱਡੀ ਵਰਗਾ ਹੈ। ਵਸਤੂ ਦੇ ਸਰੂਪ ਬਾਰੇ ਨਿਰਣਾ ਕਰਨ ਵਿੱਚ ਨਾਟਕਕਾਰ ਨੂੰ ਪੂਰਨ ਸੁਤੰਤਰਤਾ ਹੈ। ਇਹ ਆਮ ਤੌਰ 'ਤੇ 3 ਪ੍ਰਕਾਰ ਦੀ ਹੁੰਦੀ ਹੈ: ਊੜਾ ਪ੍ਰਖਿਆਤ ਜਾਨੀ ਪ੍ਰਸਿੱਧ, ਐੜਾ ਉਤਪਾਦਿਆ ਜਾਨੀ ਕਲਪਿਤ ਅਤੇ ਈੜੀ ਮਿਸ਼ਰਿਤ ਜਾਨੀ ਉਪਰੋਕਤ ਦੋਹਾਂ ਪ੍ਰਕਾਰਾਂ ਦਾ ਸੁਮੇਲ। ਅਧਿਕਾਰੀ ਜਾਂ ਨਾਇਕ ਦੀ ਦ੍ਰਿਸ਼ਟੀ ਤੋਂ ਵਸਤੂ 2 ਤਰ੍ਹਾਂ ਦੀ ਮੰਨੀ ਜਾਂਦੀ ਹੈ: ਅਧਿਕਾਰਿਕ ਜਾਂ ਮੁੱਖ ਅਤੇ ਪ੍ਰਸੰਗਿਕ। ਅਧਿਕਾਰਿਕ ਜਾਂ ਮੁੱਖ ਉਹ ਵਸਤੂ ਹੈ ਜਿਸ ਦਾ ਸੰਬੰਧ ਨਾਇਕ ਨਾਲ ਹੈ ਜੋ ਨਾਟਕ ਦੇ ਫਲ ਦਾ ਭੋਗ ਕਰਦਾ ਹੈ। ਪ੍ਰਸੰਗਿਕ ਜਾਂ ਸਹਾਇਕ ਕਥਾ ਵਸਤੂ ਨਾਇਕ ਦੇ ਉਦੇਸ਼ਾਂ ਦੀ ਪੂਰਤੀ ਲਈ ਸਾਧਨ ਵਜੋਂ ਆਉਂਦੀ ਹੈ। ਪ੍ਰਸੰਗਿਕ ਕਥਾ ਵਸਤੂ ਦੇ ਵੀ ਅੱਗੋਂ 2 ਭੇਦ ਹਨ: ਇੱਕ ਪਤਾਕਾ ਜੋ ਅਧਿਕਾਰਿਕ ਕਥਾ ਦੇ ਨਾਲ ਤੋਂ ਦੂਰ ਤੱਕ ਚੱਲਦੀ ਹੈ, ਦੂਜੀ ਪ੍ਰਕਰੀ ਜੋ ਛੋਟੀ ਜਿਹੀ ਹੁੰਦੀ ਹੈ ਅਤੇ ਕਿਸੇ ਵਿਸ਼ੇਸ਼ ਅਵਸਰ 'ਤੇ ਮੁੱਖ ਕਥਾ ਦੀ ਸਹਾਇਤਾ ਕਰਦੀ ਹੋਈ ਅਲੋਪ ਹੋ ਜਾਂਦੀ ਹੈ। ਵਸਤੂ ਦੀ ਗੋਂਦ ਜਾਂ ਵਿਧਾਨ ਲਈ ਭਾਰਤੀ ਆਚਾਰੀਆਂ ਨੇ ਵਿਸਤਾਰ ਸਹਿਤ ਵਿਚਾਰ ਕੀਤਾ ਹੈ। ਵਸਤੂ ਇਸ ਲਈ ਮੁੱਖ ਤੌਰ 'ਤੇ 3 ਆਧਾਰ ਮੰਨੇ ਗਏ ਹਨ। ਪਹਿਲਾ ਹੈ ਕਾਰਜ ਅਵਸਥਾ। ਨਾਟਕ ਦੇ ਕਾਰਜ ਨੂੰ ਪੂਰੀ ਤਰ੍ਹਾਂ ਵਿਕਾਸ ਦੇਣ ਲਈ 5 ਅਵਸਥਾਵਾਂ ਦਾ ਵਿਧਾਨ ਹੈ। ਪਹਿਲਾ ਹੈ ਆਰੰਭ, ਪ੍ਰਯਤਨ,
ਪ੍ਰਾਪਤੀ ਆਛਾ, ਨਿਤਿਆਪਤੀ ਅਤੇ ਫਲਾਗਮ। ਦੂਜਾ ਆਧਾਰ ਹੈ ਅਰਥ ਪ੍ਰਕਿਰਤੀਆਂ। ਇਹ ਗਿਣਤੀ ਵਿੱਚ 5 ਹਨ। ਬੀਜ, ਬਿੰਦੂ, ਪਤਾਕਾ, ਪ੍ਰਕਿਰਿਆ ਅਤੇ ਕਾਰਜ। ਨਾਟਕ ਦੇ ਫਲ ਨੂੰ ਪ੍ਰਾਪਤ ਕਰਨ ਦੇ ਸਾਧਨ ਵਜੋਂ ਇਹਨਾਂ ਦੀ ਵਰਤੋਂ ਹੁੰਦੀ ਹੈ। ਤੀਜਾ ਆਧਾਰ ਹੈ 5 ਸੰਧੀਆਂ। ਜਿਵੇਂ ਮੁੱਖ, ਪ੍ਰਤਿਮੁੱਖ, ਗਰਭ, ਵਿਮਰਸ਼ ਅਤੇ ਨਿਰਵਹਿਨ। ਇਹ ਸੰਧੀਆਂ ਕਥਾਨਕ ਦੀ ਵੰਡ ਸਪਸ਼ਟ ਕਰਦੀਆਂ ਹਨ ਅਤੇ ਕਾਰਜ ਅਵਸਥਾ ਨੂੰ ਕ੍ਰਮਵਾਰ ਅੰਤ ਜਾਂ ਸਮਾਪਤੀ ਵੱਲ ਲੈ ਜਾਂਦੀਆਂ ਹਨ। ਦੂਜਾ ਤੱਤ ਹੈ ਨਾਟਕ ਦਾ ਨੇਤਾ ਜਾਂ ਨਾਇਕ। ਇਹ ਨਾਟਕ ਦਾ ਦੂਜਾ ਤੱਤ ਹੈ। ਇਸ ਨੂੰ ਨੇਤਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਨਾਟਕ ਦੇ ਆਦਿ ਤੋਂ ਅੰਤ ਤੱਕ ਉਪਸਥਿਤ ਰਹਿੰਦਾ ਹੈ। ਇਹ ਨਾਟਕੀ ਵਸਤੂ ਨੂੰ ਵੱਖਰੀ ਵੱਖਰੀ ਸਥਿਤੀ ਵਿੱਚ ਲੰਘਾਉਂਦਾ ਹੋਇਆ ਫਲ ਪ੍ਰਾਪਤੀ ਵੱਲ ਲੈ ਜਾਂਦਾ ਹੈ। ਇਸ ਨੂੰ ਫਲ ਭੋਗਣ ਵਾਲਾ ਵੀ ਉਹੀ ਹੈ। ਨੇਤਾ ਵਿੱਚ ਹਰ ਪ੍ਰਕਾਰ ਦੇ ਗੁਣਾਂ ਦੀ ਹੋਂਦ ਮੰਨੀ ਜਾਂਦੀ ਹੈ। ਗੁਣਾਂ ਦਾ ਵੇਰਵਾ ਦਿੰਦਿਆਂ ਆਚਾਰੀਆ ਨੇ ਦੱਸਿਆ ਹੈ ਕਿ ਇੱਕ ਸ੍ਰੇਸ਼ਟ ਨੇਤਾ ਧੀਰਜਵਾਨ ਹੋਏ। ਉਸ ਵਿੱਚ ਨਿਮਰਤਾ, ਸੁੰਦਰਤਾ, ਨਿਪੁੰਨਤਾ, ਤਿਆਗ, ਲੋਕਪ੍ਰਿਯਤਾ, ਸਾਹਸ, ਤੇਜ, ਕਲਾ ਪ੍ਰਵੀਣਤਾ, ਸ਼ਾਸਤਰ ਗਿਆਨ ਆਦਿ ਗੁਣ ਹੋਣੇ ਚਾਹੀਦੇ ਹਨ। ਇਹਨਾਂ ਗੁਣਾਂ ਦੇ ਆਧਾਰ ਤੇ ਨਾਇਕ ਚਾਰ ਤਰ੍ਹਾਂ ਦੇ ਮੰਨੇ ਗਏ ਹਨ। ਜਿਵੇਂ ਧੀਰੋਦਾਤ, ਧੀਰੋ ਲਲਿਤ, ਧੀਰੋ ਪ੍ਰਸ਼ਾਂਤ, ਧੀਰੋ ਉਦਿਤ। ਨੇਤਾ ਤੋਂ ਇਲਾਵਾ ਨਾਟਕ ਵਿੱਚ ਹੋਰ ਵੀ ਕਈ ਪਾਤਰ ਹੁੰਦੇ ਹਨ। ਨਾਇਕ ਦੇ ਪ੍ਰਤੀਪੱਖੀ ਨੂੰ ਪ੍ਰਤਿਨਾਇਕ ਕਿਹਾ ਜਾਂਦਾ ਹੈ। ਇਸ ਪ੍ਰਕਾਰ ਦੇ ਪਾਤਰ ਵਿੱਚ ਹਰ ਪ੍ਰਕਾਰ ਦੇ ਦੋਸ਼ਾਂ ਦੀ ਕਲਪਨਾ ਕੀਤੀ ਜਾਂਦੀ ਹੈ। ਨਾਇਕ ਦੇ ਸਦਾ ਨਾਲ ਨਾਲ ਰਹਿਣ ਵਾਲਾ ਅਤੇ ਪ੍ਰਸੰਗੀ ਕਥਾ ਦੇ ਨਾਇਕ ਵਜੋਂ ਕੰਮ ਕਰਨ ਵਾਲਾ ਪਾਤਰ ਪੀਠ ਮਰਦ ਅਖਵਾਉਂਦਾ ਹੈ। ਨਾਇਕ ਦੇ ਚਰਿੱਤਰ ਨਾਲ ਨੇੜੇ ਦਾ ਸੰਬੰਧ ਰੱਖਣ ਵਾਲੀ ਇਸਤਰੀ ਨੂੰ ਨਾਇਕਾ ਕਿਹਾ ਜਾਂਦਾ ਹੈ। ਨਾਇਕ ਦੇ ਨਾਲ ਸੰਬੰਧ ਅਤੇ ਅਵਸਥਾ ਦੇ ਪੱਖ ਤੋਂ ਨਾਇਕ ਦੇ ਅਨੇਕ ਭੇਦਾਂ ਦੀ ਕਲਪਨਾ ਕੀਤੀ ਗਈ ਹੈ। ਉਸ ਦੇ ਗੁਣਾਂ ਦੀਆਂ ਸੂਚੀਆਂ ਵੀ ਦਿੱਤੀਆਂ ਗਈਆਂ ਹਨ। ਨਾਟਕ ਦਾ ਤੀਸਰਾ ਤੱਤ ਹੈ ਰਸ। ਇਹ ਨਾਟਕ ਦਾ ਤੀਜਾ ਤੱਤ ਹੈ। ਨਾਟਕ ਦਾ ਪ੍ਰਮੁੱਖ ਕਰਤੱਵ ਹੈ ਦਰਸ਼ਕ ਨੂੰ ਰਸ ਦਾ ਅਨੁਭਵ ਕਰਾਉਣਾ। ਇਸ ਤੋਂ ਬਿਨਾਂ ਨਾਟਕ ਮੰਤਵਹੀਣ ਰਹਿ ਜਾਂਦਾ ਹੈ। ਇਸ ਤਰ੍ਹਾਂ ਨਾਟਕ ਦਾ ਮੁੱਖ ਉਦੇਸ਼ ਰਸ ਦੀ ਨਿਸ਼ਪੱਤੀ ਕਰਾਉਣਾ ਹੈ। ਰਸ ਦੀ ਨਿਸ਼ਪੱਤੀ ਵਿਭਾਵ, ਅਨੁਭਾਵ ਅਤੇ ਸੰਚਾਰੀ ਭਾਵ ਦੇ ਮੇਲ ਨਾਲ ਹੁੰਦੀ ਹੈ। ਇਹ ਰਸ ਅਖੰਡ, ਵਰਣਨ ਤੋਂ ਪਰੇ, ਅਲੌਕਿਕ ਆਨੰਦ ਦੇਣ ਵਾਲਾ। ਰਸ ਦਾ ਸਰੂਪ ਸਥਾਈ ਭਾਵਾਂ ਅਨੁਸਾਰ ਨਿਸ਼ਚਿਤ ਹੁੰਦਾ ਹੈ। ਰਸ ਦੇ ਆਚਾਰੀਆਂ ਨੇ 9 ਭੇਦ ਮੰਨੇ ਹਨ: ਸ਼ਿੰਗਾਰ, ਹਾਸ, ਰੌਦਰ, ਅਦਭੁਤ, ਕਰੂਣ, ਵੀਰ, ਭਿਆਨਕ, ਵੀਭਤਸ, ਸ਼ਾਂਤ। ਨਾਟਕ ਦੀ ਸਾਰੀ ਕਾਰਜ ਵਿਧੀ ਸਿੱਧੀ ਰਸ ਦੀ ਅਨੁਭੂਤੀ ਨਾਲ ਹੁੰਦੀ ਹੈ। ਇਸ ਤੋਂ ਬਿਨਾਂ ਨਾਟਕ ਸਫਲ ਨਹੀਂ ਹੋ ਸਕਦਾ। ਰਸ ਦਾ ਨਾਟਕ ਵਿੱਚ ਉਹੀ ਸਥਾਨ ਹੈ ਜੋ ਹੱਡ ਮਾਸ ਦੇ ਸਰੀਰ ਵਿੱਚ ਲਹੂ ਦਾ ਹੁੰਦਾ ਹੈ। ਨਾਟਕ ਦਾ ਚੌਥਾ ਤੱਤ ਹੈ ਅਭਿਨੈ। ਨਾਟਕ ਵਿੱਚ ਪਾਤਰਾਂ ਦੀ ਕਿਰਿਆ ਨੂੰ ਅਭਿਨੈ ਦਾ ਨਾਂ ਦਿੱਤਾ ਜਾਂਦਾ ਹੈ। ਇਸ ਨੂੰ ਨਾਟਕ ਦਾ ਚੌਥਾ ਤੱਤ ਮੰਨਿਆ ਜਾਂਦਾ ਹੈ। ਇਸ ਦੀ ਸਫਲਤਾ ਉੱਤੇ ਹੀ ਨਾਟਕ ਸਹੀ ਅਰਥਾਂ ਵਿੱਚ ਨਾਟਕ ਅਖਵਾਉਣ ਦਾ ਅਧਿਕਾਰੀ ਬਣਦਾ ਹੈ। ਇਸ ਦੀ ਸਫਲਤਾ ਵਿੱਚ ਪਾਤਰਾਂ ਅਤੇ ਦਰਸ਼ਕਾਂ ਦਾ ਸੁੱਖ ਦੁੱਖ ਸਾਂਝਾ ਹੋ ਜਾਂਦਾ ਹੈ। ਇਸ ਅਵਸਥਾ ਨੂੰ ਸਧਾਰਨੀਕਰਨ ਦਾ ਨਾਂ ਦਿੱਤਾ ਜਾਂਦਾ ਹੈ। ਅਭਿਨੈ ਦੇ ਵਿਦਵਾਨਾਂ ਨੇ 4 ਭੇਦ ਮੰਨੇ ਹਨ। ਪਹਿਲਾ, ਅੰਗਿਕ ਅਭਿਨੈ। ਪਾਤਰ ਦੇ ਮਨ ਵਿੱਚ ਹੋਏ ਦੁੱਖ ਸੁੱਖ ਦੇ ਅਨੁਭਵ ਨੂੰ ਜਦੋਂ ਉਹ ਸਰੀਰਕ ਅੰਗਾਂ ਰਾਹੀਂ ਪ੍ਰਗਟ ਕਰਦਾ ਹੈ ਤਾਂ ਅੰਗਿਕ ਅਭਿਨੈ ਹੁੰਦਾ ਹੈ।
ਦੂਜਾ ਵਾਚਿਕ ਅਭਿਨੇ, ਪਾਤਰ ਆਪਣੀਆਂ ਭਾਵ ਤਰੰਗਾਂ ਨੂੰ ਜਦੋਂ ਬੋਲਾਂ ਰਾਹੀਂ ਜਾਂ ਸੁਰਾਂ ਦੁਆਰਾ ਪ੍ਰਗਟ ਕਰਦਾ ਹੈ ਤਾਂ ਵਾਚਿਕ ਅਭਿਨੇ ਮੰਨਿਆ ਜਾਂਦਾ ਹੈ। ਇਸ ਅਭਿਨੇ ਦਾ ਮੁੱਖ ਆਧਾਰ ਭਾਸ਼ਾ ਹੈ। ਤੀਸਰਾ ਆਹਾਰਿਆ ਅਭਿਨੇ, ਕੋਈ ਪਾਤਰ ਜਦੋਂ ਆਪਣੇ ਮੂਲ ਪਾਤਰ ਦਾ ਸਰੂਪ ਧਾਰਨ ਕਰਦਾ ਹੈ, ਉਸ ਵਰਗੇ ਬਸਤਰ ਅਤੇ ਗਹਿਣੇ ਪਾਉਂਦਾ ਹੈ ਅਤੇ ਉਸ ਅਨੁਸਾਰ ਹਰਕਤਾਂ ਜਾਂ ਚੇਸ਼ਟਾਵਾਂ ਕਰਦਾ ਹੈ ਤਾਂ ਉਸ ਨੂੰ ਆਹਾਰਿਆ ਅਭਿਨੇ ਕਿਹਾ ਜਾਂਦਾ ਹੈ। ਇਹ ਸਭ ਕੁਝ ਦੇਸ਼ ਕਾਲ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਸ ਨਾਲ ਸੁਭਾਵਿਕਤਾ ਵੱਧਦੀ ਹੈ ਅਤੇ ਦਰਸ਼ਕਾਂ ਦੇ ਮਨ ਉੱਤੇ ਢੁਕਵਾਂ ਅਸਰ ਪੈਂਦਾ ਹੈ। ਚੌਥਾ ਸਾਤਵਿਕ ਅਭਿਨੇ, ਅਭਿਨੇ ਦਾ ਇਹ ਚੌਥਾ ਬਹੁਤ ਸੂਖਮ ਰੂਪ ਹੈ। ਸਮੇਂ, ਸਥਿਤੀ ਜਾਂ ਭਾਵ ਅਨੁਸਾਰ ਰੋਮਾਂਚਿਤ ਹੋਣਾ, ਤਰੇਲੀ ਆਉਣਾ, ਹੈਰਾਨ ਹੋਣਾ, ਘਬਰਾਉਣਾ, ਹੱਸਣਾ ਆਦਿ ਸਾਤਵਿਕ ਅਭਿਨੇ ਸ਼ਾਮਲ ਹਨ। ਅਸਲ ਵਿੱਚ ਇਸ ਦਾ ਸੰਬੰਧ ਸੂਖਮ ਭਾਵਨਾ ਅਤੇ ਮਨੋਵਿਕਾਰਾਂ ਨਾਲ ਹੈ। ਪੰਜਵਾਂ ਭੇਦ ਹੈ ਵ੍ਰਿਤੀ। ਇਸ ਨੂੰ ਨਾਟਕ ਦਾ ਸੁਤੰਤਰ ਤੱਤ ਮੰਨਣ ਵਿੱਚ ਵਿਦਵਾਨ ਇੱਕਮਤ ਨਹੀਂ ਹਨ। ਕੁਝ ਇਸ ਨੂੰ ਅਭਿਨੇ ਦੇ ਅਧੀਨ ਮੰਨਦੇ ਹਨ ਕਿਉਂਕਿ ਉਹਨਾਂ ਅਨੁਸਾਰ ਇਹ ਅਭਿਨੇ ਦੀ ਸ਼ੈਲੀ ਹੈ। ਦੂਜੇ ਵਿਦਵਾਨਾਂ ਇਸ ਨੂੰ ਨਾਟਕ ਨੂੰ ਉੱਤਮਤਾ ਪ੍ਰਦਾਨ ਕਰਨ ਵਾਲਾ ਸੁਤੰਤਰ ਤੱਤ ਮੰਨਦੇ ਹੋਏ ਇਸ ਦੇ 4 ਪ੍ਰਕਾਰ ਦੱਸਦੇ ਹਨ। ਪਹਿਲਾ ਕੋਸ਼ਕੀ, ਇਸ ਦਾ ਸੰਬੰਧ ਸੁੰਦਰ ਅਤੇ ਕੋਮਲ ਭਾਵਨਾਵਾਂ ਨਾਲ ਹੈ, ਇਸ ਲਈ ਇਸ ਵਿੱਚ ਇਸਤਰੀਆਂ ਦਾ ਸਥਾਨ ਪ੍ਰਮੁੱਖ ਹੈ। ਦੂਜਾ ਸਾਤਵਤੀ, ਇਸ ਦਾ ਸੰਬੰਧ ਰੌਦਰ, ਵੀਰ ਅਤੇ ਅਦਭੁਤ ਰਸਾਂ ਨਾਲ ਹੈ। ਉਤਸ਼ਾਹ ਨੂੰ ਵਧਾਉਣ ਵਾਲੇ ਕਾਰਜਾਂ ਦਾ ਅਭਿਨੇ ਇਸ ਵ੍ਰਿਤੀ ਰਾਹੀਂ ਕੀਤਾ ਜਾਂਦਾ ਹੈ। ਤੀਜਾ ਆਰਭਟੀ, ਇਸ ਦਾ ਸੰਬੰਧ ਭਿਆਨਕ, ਵਿਭਤਸ, ਰੌਦਰ ਰਸਾਂ ਨਾਲ ਹੈ। ਇਸ ਰਾਹੀਂ ਅਧਿਕਤਰ ਕ੍ਰੋਧ, ਛਲ, ਕਪਟ ਆਦਿ ਨੂੰ ਪ੍ਰਗਟਾਇਆ ਜਾਂਦਾ ਹੈ। ਚੌਥਾ ਭਾਰਤੀ, ਇਸ ਦਾ ਆਧਾਰ ਭਾਸ਼ਾ ਦੇ ਸਰੂਪ ਜਾਂ ਵਿਧੀ ਉੱਤੇ ਨਿਰਭਰ ਕਰਦਾ ਹੈ। ਇਸ ਵਿੱਚ ਪੁਰਸ਼ਾਂ ਲਈ ਸੰਸਕ੍ਰਿਤ ਅਤੇ ਹੋਰਨਾਂ ਲਈ ਦੂਜੀਆਂ ਭਾਸ਼ਾਵਾਂ ਨੂੰ ਵਰਤਣ ਦੀ ਵਿਵਸਥਾ ਹੈ। ਨਾਟਕ ਦੇ ਮੁੱਢਲੇ ਦ੍ਰਿਸ਼ਾਂ ਵਿੱਚ ਇਸ ਦੀ ਕਾਫੀ ਵਰਤੋਂ ਹੁੰਦੀ ਹੈ। ਪੱਛਮੀ ਨਾਟਕ ਪਰੰਪਰਾ, ਪੱਛਮੀ ਨਾਟਕ ਦੇ ਸਿਧਾਂਤਾਂ ਬਾਰੇ ਸਭ ਤੋਂ ਪ੍ਰਾਚੀਨ ਸਥਾਪਨਾ ਯੂਨਾਨੀ ਵਿਦਵਾਨ ਅਰਸਤੂ ਦੀ ਹੈ। ਉਸ ਨੇ ਕਥਾਨਕ, ਪਾਤਰ, ਵਿਚਾਰ ਸ਼ੈਲੀ, ਗੀਤ ਅਤੇ ਸਾਜ਼ ਸਜਾਵਟ ਨੂੰ ਨਾਟਕ ਦੇ ਤੱਤ ਮੰਨਿਆ ਹੈ। ਇਸ ਤੋਂ ਬਾਅਦ ਹੋਏ ਵਿਦਵਾਨਾਂ ਨੇ ਵੀ ਨਾਟਕ ਦੇ ਤੱਤਾਂ ਦਾ ਵੱਖ-ਵੱਖ ਢੰਗ ਨਾਲ ਵਰਣਨ ਕੀਤਾ ਹੈ, ਪਰ ਆਮ ਤੌਰ ਤੇ ਉਹ ਅਰਸਤੂ ਦੇ ਦੱਸੇ ਤੱਤਾਂ ਨੂੰ ਹੀ ਕਿਸੇ ਨਾ ਕਿਸੇ ਰੂਪ ਵਿੱਚ ਅੱਗੇ ਤੋਰਦੇ ਹਨ। ਹੁਣ ਮੁੱਖ ਤੌਰ ਤੇ ਨਾਟਕ ਦੇ 6 ਤੱਤ ਮੰਨੇ ਜਾਂਦੇ ਹਨ: ਵਸਤੂ ਵਿਧਾਨ ਜਾਂ ਪਲਾਟ, ਚਰਿੱਤਰ ਚਿਤਰਣ, ਵਾਰਤਾਲਾਪ, ਦੇਸ਼ ਕਾਲ ਵਾਤਾਵਰਨ, ਭਾਸ਼ਾ ਸ਼ੈਲੀ ਅਤੇ ਉਦੇਸ਼। ਇਹਨਾਂ ਵਿੱਚੋਂ ਵੀ ਪਹਿਲੀਆਂ ਤਿੰਨਾਂ ਦਾ ਅਧਿਕ ਮਹੱਤਵ ਦੱਸਿਆ ਜਾਂਦਾ ਹੈ ਕਿਉਂਕਿ ਬਾਕੀ ਦੇ 3 ਤੱਤ ਪਹਿਲੇ ਤਿੰਨਾਂ ਤੱਤਾਂ ਨਾਲ ਸੰਬੰਧਿਤ ਜਾਂ ਨਿਰਭਰ ਹੋ ਕੇ ਚੱਲਦੇ ਹਨ। ਇਹਨਾਂ ਬਾਰੇ ਕੁਝ ਵਿਸਤਾਰ ਨਾਲ ਵਿਚਾਰ ਕਰਨਾ ਉਚਿਤ ਹੋਵੇਗਾ। ਵਸਤੂ ਵਿਧਾਨ ਜਾਂ ਪਲਾਟ, ਅਰਸਤੂ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਨਾਟਕ ਵਿੱਚ ਕਥਾ ਵਸਤੂ ਦਾ ਮਹੱਤਵ ਸਵੀਕਾਰ ਕੀਤਾ ਗਿਆ ਹੈ। ਕੁਝ ਵਿਦਵਾਨਾਂ ਨੇ ਚਰਿੱਤਰ ਚਿਤਰਣ ਜਾਂ ਪਾਤਰ ਉਸਾਰੀ ਨੂੰ ਵੀ ਨਾਟਕੀ ਤੱਤਾਂ ਵਿੱਚ ਪ੍ਰਮੁੱਖਤਾ ਦੇਣ ਦਾ ਯਤਨ ਕੀਤਾ ਹੈ, ਪਰ ਫਿਰ ਵੀ ਕਥਾ ਵਸਤੂ ਦਾ ਮਹੱਤਵ ਘਟਾਇਆ ਨਹੀਂ ਜਾ ਸਕਦਾ। ਭਾਰਤੀ ਨਾਟਕੀ ਪਰੰਪਰਾ ਵਿੱਚ ਕਥਾ ਵਸਤੂ ਦੇ 3 ਭੇਦ ਮੰਨੇ ਗਏ ਹਨ, ਜਿਵੇਂ ਪ੍ਰਖਿਆਤ, ਉਤਪਾਦਿਆ ਅਤੇ ਮਿਸ਼ਰਿਤ, ਪਰ ਪੱਛਮੀ ਵਿਦਵਾਨਾਂ ਨੇ ਇਸ ਪ੍ਰਕਾਰ ਦੀਆਂ ਕੋਈ ਹੱਦਬੰਦੀਆਂ ਨਹੀਂ ਉਲੀਕੀਆਂ। ਇਸ ਲਈ ਨਾਟਕ ਦੀ ਕਥਾ ਵਸਤੂ ਇਤਿਹਾਸ, ਪੁਰਾਣ ਤੋਂ ਇਲਾਵਾ ਜਨ ਜੀਵਨ ਜਾਂ ਚੌਗਿਰਦੇ ਵਿੱਚੋਂ ਲਈ ਜਾ ਸਕਦੀ ਹੈ ਅਤੇ ਉਸ ਨੂੰ ਨਾਟਕੀ ਢੰਗ ਨਾਲ ਮੋੜ ਦਿੱਤਾ ਜਾ ਸਕਦਾ ਹੈ। ਉਸ ਵਿਚਲੀਆਂ ਘਟਨਾਵਾਂ ਨੂੰ ਨਾਟਕੀ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਘਟਨਾਵਾਂ ਦੀ ਨਾਟਕੀ ਢੰਗ ਨਾਲ ਪੁਨਰ ਸੁਰਜੀਤੀ ਹੁੰਦੀ ਹੈ। ਇਹ ਪੁਨਰ ਸੁਰਜੀਤੀ ਨਾਟਕਕਾਰ ਦੀ ਮੌਲਿਕਤਾ ਉੱਤੇ ਨਿਰਭਰ ਕਰਦੀ ਹੈ।
ਕਥਾ ਵਸਤੂ ਦੇ ਚੁਣਨ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਸ ਵਿੱਚ ਨਾਟਕੀ ਮੌਕੇ ਹੋਣ ਜਾਂ ਨਾਟਕੀ ਮੌਕੇ ਸਿਰਜਣ ਦੀ ਉਸ ਵਿੱਚ ਸਮਰੱਥਾ ਹੋਵੇ। ਇੱਕ ਘਟਨਾ ਵਿੱਚੋਂ ਦੂਜੀ ਘਟਨਾ ਜਨਮ ਲੈ ਕੇ ਕਾਰਜ ਦੀ ਸੰਪੂਰਨਤਾ ਵੱਲ ਵਿਕਾਸ ਕਰੇ। ਕਥਾ ਵਸਤੂ ਦੀ ਚੋਣ ਖੇਤਰ ਵਿਸ਼ਾਲ ਹੋਣ ਕਰਕੇ ਨਾਟਕਕਾਰ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਸ ਨੂੰ ਵਿਸ਼ੇ ਦਾ ਭਰਪੂਰ ਗਿਆਨ ਹੋਵੇ, ਕਿਉਂਕਿ ਅੱਜ ਕੱਲ੍ਹ ਦੇ ਦਰਸ਼ਕ ਪੜ੍ਹੇ ਲਿਖੇ ਅਤੇ ਚੇਤਨ ਹਨ। ਤੱਥ ਦੀ ਵਾਸਤਵਿਕਤਾ ਸੰਬੰਧੀ ਕੀਤੀ ਹੋਈ ਘੋਲ ਵੀ ਨਾਟਕ ਨੂੰ ਅਸਫਲ ਬਣਾ ਦੇਵੇਗੀ। ਮੁੱਖ ਕਥਾ ਵਸਤੂ ਦੀ ਸਹਾਇਤਾ ਲਈ ਕਈ ਵਾਰ ਹੋਰ ਨਿੱਕੇ ਵੱਡੇ ਪ੍ਰਸੰਗ ਵੀ ਜੋੜ ਲਏ ਜਾਂਦੇ ਹਨ, ਪਰ ਇਹਨਾਂ ਦਾ ਸੰਬੰਧ ਮੁੱਖ ਪਾਤਰ ਨਾਲ ਘੱਟ ਹੁੰਦਾ ਹੈ। ਨਾਟਕ ਦਾ ਪਲਾਟ ਸਰਲ ਅਤੇ ਸੁਬੋਧ ਹੋਣਾ ਚਾਹੀਦਾ ਹੈ ਅਤੇ ਪ੍ਰਸੰਗ ਰੋਚਕ ਹੋਣੇ ਜ਼ਰੂਰੀ ਹਨ। ਹਰ ਇੱਕ ਪ੍ਰਸੰਗ ਆਪਸ ਵਿੱਚ ਪਰੂਚਿਆ ਹੋਣਾ ਚਾਹੀਦਾ ਹੈ। ਨਾਟਕ ਦੀ ਕਥਾ ਵਸਤੂ ਸੰਖੇਪ ਹੀ ਨਹੀਂ, ਤੀਬਰ ਵੀ ਹੋਣੀ ਚਾਹੀਦੀ ਹੈ। ਨਾਟਕ ਦੇ ਪਲਾਟ ਲਈ ਵਿਦਵਾਨਾਂ ਨੇ 3 ਏਕਤਾਵਾਂ ਨੂੰ ਜ਼ਰੂਰੀ ਮੰਨਿਆ ਹੈ। ਇਹਨਾਂ ਵਿੱਚੋਂ ਪਹਿਲੀ ਹੈ ਸਮੇਂ ਦੀ ਏਕਤਾ। ਇਸ ਤੋਂ ਭਾਵ ਹੈ ਕਿ ਨਾਟਕ ਵਿੱਚ ਉਤਨੀਆਂ ਹੀ ਘਟਨਾਵਾਂ ਨੂੰ ਸਥਾਨ ਦਿੱਤਾ ਜਾਵੇ ਜੋ ਨਿਸ਼ਚਿਤ ਸਮੇਂ ਵਿੱਚ ਸਟੇਜ ਉੱਤੇ ਰੂਪਮਾਨ ਕੀਤੀਆਂ ਜਾ ਸਕਣ ਅਤੇ ਜੋ ਨਾਟਕ ਦੇ ਆਕਾਰ ਵਿੱਚ ਸਿਮਟ ਸਕਣ। ਦੂਜੀ ਏਕਤਾ ਦਾ ਸੰਬੰਧ ਹੈ ਸਥਾਨ ਨਾਲ। ਇਸ ਨੂੰ ਸਥਾਨ ਦੀ ਏਕਤਾ ਯੂਨਿਟੀ ਆਫ ਪਲੇਸ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਕਥਾ ਵਸਤੂ ਵਿੱਚ ਅਜਿਹੀ ਸਥਾਨ ਬਦਲੀ ਨਹੀਂ ਹੋਣੀ ਚਾਹੀਦੀ ਜੋ ਰੰਗਮੰਚ ਉੱਤੇ ਰੂਪਾਇਤ ਕਰਨੀ ਸੰਭਵ ਨਾ ਹੋ ਸਕੇ। ਤੀਜੀ ਕਾਰਜ ਦੀ ਅਵਸਥਾ ਯੂਨਿਟੀ ਆਫ ਐਕਸ਼ਨ। ਇਸ ਤੋਂ ਭਾਵ ਹੈ ਮੁੱਖ ਕਾਰਜ ਨਾਲ ਸੰਬੰਧ ਨਾ ਰੱਖਣ ਵਾਲੇ ਕਾਰਜ ਨੂੰ ਨਾਟਕ ਵਿੱਚ ਨਾ ਸਮੋਇਆ ਜਾਏ। ਨਾਟਕ ਦੇ ਵਿਦਵਾਨਾਂ ਨੇ ਸਿਰਜਣ ਵਿਧੀ ਦੇ ਪੱਖ ਤੋਂ ਪਲਾਟ ਨੂੰ 5 ਭਾਗਾਂ ਵਿੱਚ ਵੰਡਿਆ ਹੈ, ਜਿਵੇਂ ਆਰੰਭਿਕ ਅਵਸਥਾ, ਸੰਘਰਸ਼ ਦਾ ਵਿਕਾਸ, ਸਿਖਰ, ਸੰਘਰਸ਼ ਤੋਂ ਖਲਾਸੀ ਅਤੇ ਸਮਾਪਤੀ। ਇਹਨਾਂ ਬਾਰੇ ਅਧਿਕ ਵਿਚਾਰ ਅੱਗੇ ਚੱਲ ਕੇ ਕਰਾਂਗੇ। ਦੂਜਾ ਤੱਤ ਹੈ ਪੱਛਮੀ ਪਰੰਪਰਾ ਅਨੁਸਾਰ ਨਾਟਕ ਦਾ ਚਰਿੱਤਰ ਚਿਤਰਣ, ਯਾਨੀ ਪਾਤਰ ਉਸਾਰੀ। ਕਥਾ ਵਸਤੂ ਵਾਂਗ ਚਰਿੱਤਰ ਚਿਤਰਣ ਦਾ ਵੀ ਨਾਟਕ ਵਿੱਚ ਬਹੁਤ ਮਹੱਤਵ ਹੈ। ਇਹ ਮਹੱਤਵ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅਸਲ ਵਿੱਚ ਕਥਾ ਵਸਤੂ ਅਤੇ ਪਾਤਰਾਂ ਦਾ ਬਹੁਤ ਡੂੰਘਾ ਸੰਬੰਧ ਹੁੰਦਾ ਹੈ। ਦੋਵੇਂ ਇੱਕ ਦੂਜੇ ਉੱਤੇ ਨਿਰਭਰ ਹੁੰਦੇ ਹਨ। ਇਹਨਾਂ ਦੋਹਾਂ ਤੱਤਾਂ ਦਾ ਸੁਮੇਲ ਜਾਂ ਸੰਤੁਲਨ ਨਾਲ ਹੀ ਚੰਗਾ ਨਾਟਕ ਹੋਂਦ ਵਿੱਚ ਆ ਸਕਦਾ ਹੈ। ਨਾਟਕ ਵਿੱਚ ਆਮ ਤੌਰ 'ਤੇ 2 ਤਰ੍ਹਾਂ ਦੇ ਪਾਤਰ ਹੁੰਦੇ ਹਨ, ਇੱਕ ਵਰਗ ਪਾਤਰ ਅਤੇ ਦੂਜੇ ਵਿਅਕਤੀ ਪਾਤਰ। ਚੰਗਿਆਂ ਨਾਟਕਾਂ ਵਿੱਚ ਪਾਤਰ ਆਪਣੇ ਵਰਗ ਦੇ ਪ੍ਰਤੀਨਿਧ ਵਜੋਂ ਆਉਂਦੇ ਹਨ, ਪਰ ਅੱਜ ਕੱਲ੍ਹ ਦੇ ਨਾਟਕਾਂ ਵਿੱਚ ਤੀਬਰਤਾ ਲਿਆਉਣ ਲਈ ਵਿਅਕਤੀ ਪਾਤਰਾਂ ਨੂੰ ਹੀ ਸ਼ਾਮਿਲ ਕਰ ਲਿਆ ਜਾਂਦਾ ਹੈ। ਨਾਟਕ ਦੇ ਪਾਤਰ ਦਾ ਸਰੂਪ ਸਪਸ਼ਟ ਹੋਣਾ ਚਾਹੀਦਾ ਹੈ। ਸੱਚ ਤਾਂ ਇਹ ਹੈ ਕਿ ਨਾਟਕ ਦੇ ਪਾਤਰ ਮਨੁੱਖ ਨੂੰ ਸਹੀ ਪਰਿਪੇਖ ਵਿੱਚ ਸਮਝਣ ਲਈ ਰੰਗਮੰਚ ਉੱਤੇ ਲਿਆਏ ਜਾਂਦੇ ਹਨ। ਉਸ ਰਾਹੀਂ ਹੀ ਮਨੁੱਖੀ ਸ਼ਖਸੀਅਤ ਉਘੜਦੀ ਹੈ। ਪਾਤਰ ਭਾਵੇਂ ਕਿਸੇ ਖੇਤਰ ਵਿੱਚੋਂ ਲਿਆ ਜਾਵੇ, ਨਾਟਕ ਵਿੱਚ ਉਸ ਦੀ ਪੁਨਰ ਸਿਰਜਣਾ ਕਰਨੀ ਪੈਂਦੀ ਹੈ ਤਾਂ ਜੋ ਨਾਟਕ ਲਿਖਣ ਦੇ ਮਨੋਰਥ ਵਿੱਚ ਉਹ ਸਹਾਇਕ ਸਿੱਧ ਹੋ ਸਕੇ। ਪਾਤਰ ਉਸਾਰੀ ਯਥਾਰਥਕ ਢੰਗ ਨਾਲ ਹੋਣੀ ਚਾਹੀਦੀ ਹੈ। ਪਾਤਰਾਂ ਰਾਹੀਂ ਮਨੁੱਖ ਦੀਆਂ ਰੁਚੀਆਂ, ਗਲਤੀਆਂ, ਭੁਲੇਖਿਆਂ, ਮਾਨਸਿਕ ਗੁੰਝਲਾਂ ਦਾ ਇਸ ਢੰਗ ਨਾਲ ਚਿਤਰਣ ਹੋਣਾ ਚਾਹੀਦਾ ਹੈ ਕਿ ਪਾਤਰ ਸੁਭਾਵਿਕ ਅਤੇ ਜੀਵੰਤ ਜਾਪਣ। ਘੜੇ ਘੜਾਏ ਪਾਤਰ ਨਾਟਕ ਦੀ ਸਫਲਤਾ ਨੂੰ ਖਤਮ ਕਰ ਦਿੰਦੇ ਹਨ। ਅਸਲ ਵਿੱਚ ਨਾਟਕ ਵਿੱਚ ਕਥਾ ਦੇ ਵਿਕਾਸ ਦੇ ਨਾਲ ਨਾਲ ਪਾਤਰਾਂ ਦਾ ਸੁਭਾਵਿਕ ਵਿਕਾਸ ਹੋਣਾ ਚਾਹੀਦਾ ਹੈ ਅਤੇ ਉਸ ਦੀ ਮਾਨਸਿਕ ਸਥਿਤੀ ਉਘੜਨੀ ਚਾਹੀਦੀ ਹੈ। ਪਾਤਰ ਉਸਾਰੀ ਦਾ ਇੱਕ ਸਾਧਨ ਵਾਰਤਾਲਾਪ ਹੈ। ਇਸ ਕੰਮ ਲਈ ਵਾਰਤਾਲਾਪ ਦੀ ਵਰਤੋਂ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਕਿਸੇ ਪਾਤਰ ਬਾਰੇ ਹੋਰਨਾਂ ਪਾਤਰਾਂ ਦੇ ਵਾਰਤਾਲਾਪ ਵਿੱਚ ਕਹੀਆਂ ਗਈਆਂ ਗੱਲਾਂ ਰਾਹੀਂ ਪਾਤਰ ਉਸਾਰੀ। ਦੂਜਾ ਕਿਸੇ ਪਾਤਰ ਦੇ ਹੋਰਨਾਂ ਪਾਤਰਾਂ ਨਾਲ ਕੀਤੀ ਵਾਰਤਾਲਾਪ ਵਿੱਚ ਪ੍ਰਗਟਾਏ ਗਏ ਵਿਚਾਰਾਂ ਰਾਹੀਂ ਪਾਤਰ ਉਸਾਰੀ। ਇਸ ਵਿਧੀ ਲਈ ਕਈ ਵਾਰ ਨਾਟਕਕਾਰ ਮਨ ਬਚਨੀ ਦੀ ਵਰਤੋਂ ਵੀ ਕਰ ਲੈਂਦਾ ਹੈ, ਪਰ ਇਹ ਤਰੀਕਾ ਬਣਾਵਟੀ ਜਿਹਾ ਹੈ। ਪਾਤਰਾਂ ਦੇ ਕਿਸੇ ਕਾਰਜ ਜਾਂ ਵਿਹਾਰ ਤੋਂ ਵੀ ਉਸ ਦੇ ਸਰੂਪ ਦੀ ਉਸਾਰੀ ਕੀਤੀ ਜਾ ਸਕਦੀ ਹੈ। ਇਸ ਵਿੱਚ ਸਰੀਰਕ ਹਰਕਤਾਂ ਵੀ ਸ਼ਾਮਿਲ ਹੁੰਦੀਆਂ ਹਨ। ਡਾਕਟਰ ਗੁਰਦਿਆਲ ਸਿੰਘ ਫੂਲ ਅਨੁਸਾਰ ਨਾਟਕ ਵਿੱਚ ਪਾਤਰ ਨੂੰ
ਆਪਣੇ ਕਰਮਾਂ ਪ੍ਰਤੀਕਰਮਾਂ ਨਾਲ ਆਪਣੀ ਨਾਟਕੀ ਸਥਿਤੀ ਅਨੁਸਾਰ ਉਸਰਨਾ ਚਾਹੀਦਾ ਹੈ। ਉਸ ਦੀ ਉਸਾਰੀ ਗਤੀਸ਼ੀਲ ਹੋਣੀ ਚਾਹੀਦੀ ਹੈ ਤਾਂ ਜੋ ਦਰਸ਼ਕਾਂ ਨੂੰ ਕੀਲ ਸਕੇ। ਉਹ ਘਟਨਾਵਾਂ ਵਿੱਚ ਕਿਰਿਆ ਨਾ ਜਾਪੇ, ਸਗੋਂ ਘਟਨਾਵਾਂ ਨੂੰ ਜਨਮ ਦਿੰਦਾ ਜਾਪੇ ਅਤੇ ਆਪ ਵਿਕਾਸ ਕਰਦਾ ਜਾਵੇ ਅਤੇ ਨਾਟਕ ਦਾ ਵਿਸ਼ਾ ਸਹਿਜੇ ਸਹਿਜੇ ਉਗੜਦਾ ਜਾਵੇ। ਨਾਟਕ ਦਾ ਤੀਜਾ ਤੱਤ ਹੈ ਵਾਰਤਾਲਾਪ। ਵਾਰਤਾਲਾਪ ਰਾਹੀਂ ਹੀ ਕੋਈ ਰਚਨਾ ਨਾਟਕੀ ਖੇਤਰ ਵਿੱਚ ਪ੍ਰਵੇਸ਼ ਕਰਦੀ ਹੈ। ਇਹ ਨਾਟਕ ਦਾ ਪ੍ਰਾਣ ਤੱਤ ਹੈ। ਕਥਾ ਦੇ ਵਿਕਾਸ ਅਤੇ ਪਾਤਰ ਉਸਾਰੀ ਦੋਹਾਂ ਵਿੱਚ ਵਾਰਤਾਲਾਪ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਰੰਗਮੰਚ ਉੱਤੇ ਉਹੀ ਨਾਟਕ ਸਫਲ ਹੋ ਸਕਦਾ ਹੈ ਜਿਸ ਦਾ ਵਾਰਤਾਲਾਪ ਸੰਖੇਪ, ਚੁਸਤ ਅਤੇ ਢੁਕਵਾਂ ਹੈ। ਵਾਰਤਾਲਾਪ ਸਪਸ਼ਟ ਅਤੇ ਸਰਲ ਹੋਣਾ ਚਾਹੀਦਾ ਹੈ ਤਾਂ ਜੋ ਪਾਤਰ ਨੂੰ ਬੋਲਣ ਵਿੱਚ ਕਠਿਨਾਈ ਨਾ ਹੋਏ ਅਤੇ ਨਾ ਹੀ ਦਰਸ਼ਕਾਂ ਨੂੰ ਸਮਝਣ ਵਿੱਚ ਕੋਈ ਔਖ ਮਹਿਸੂਸ ਹੋਏ। ਵਾਰਤਾਲਾਪ ਪਾਤਰਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ। ਉਸ ਦੀ ਭਾਸ਼ਾ ਪਾਤਰਾਂ ਦੇ ਵਿਅਕਤੀਤਵ ਅਨੁਸਾਰ ਭਿੰਨਤਾ ਵਾਲੀ ਹੋਣੀ ਚਾਹੀਦੀ ਹੈ। ਵਿਸ਼ੇ ਜਾਂ ਭਾਵ ਅਨੁਸਾਰ ਵੀ ਵਾਰਤਾਲਾਪ ਦਾ ਸਰੂਪ ਬਦਲਣਾ ਚਾਹੀਦਾ ਹੈ। ਸੱਚ ਤਾਂ ਇਹ ਹੈ ਕਿ ਵਾਰਤਾਲਾਪ ਦੀ ਸਫਲਤਾ ਉੱਤੇ ਹੀ ਨਾਟਕ ਦੀ ਸਫਲਤਾ ਟਿਕੀ ਹੁੰਦੀ ਹੈ ਅਤੇ ਵਾਰਤਾਲਾਪ ਅਤੇ ਸ਼ਬਦਾਂ ਦੀ ਲੀਲਾ ਅਤੇ ਵਾਰਤਾਲਾਪ ਹੈ ਹੀ ਸ਼ਬਦਾਂ ਦੀ ਲੀਲਾ। ਇਸ ਲਈ ਨਾਟਕਕਾਰ ਨੂੰ ਸ਼ਬਦਾਂ ਦੇ ਅਰਥਾਂ ਦੇ ਘੇਰੇ ਅਤੇ ਉਹਨਾਂ ਵੱਲੋਂ ਕੀਤੀ ਜਾਣ ਵਾਲੀ ਪ੍ਰਭਾਵ ਉਤਪਾਦਕਤਾ ਦਾ ਸਹੀ ਬੋਧ ਹੋਣਾ ਚਾਹੀਦਾ ਹੈ। ਨਾਟਕਕਾਰ ਨੂੰ ਭਾਸ਼ਾ ਦੇ ਦੇਸ਼ੀ, ਸਾਹਿਤਕ, ਗੰਭੀਰ, ਸਰਲ ਆਦਿ ਸਾਰੇ ਰੂਪਾਂ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਪੱਛਮੀ ਪਰੰਪਰਾ ਅਨੁਸਾਰ ਨਾਟਕ ਦਾ ਚੌਥਾ ਤੱਤ ਹੈ ਦੇਸ਼, ਕਾਲ ਜਾਂ ਵਾਤਾਵਰਨ। ਨਾਟਕ ਦ੍ਰਿਸ਼ ਕਲਾ ਹੈ। ਇਸ ਲਈ ਨਾਟਕਕਾਰ ਨੂੰ ਰੰਗਮੰਚ ਉੱਤੇ ਕਥਾ ਵਸਤੂ ਦੇ ਦੇਸ਼ ਅਤੇ ਕਾਲ ਨੂੰ ਅਨੁਸਾਰ ਵਾਤਾਵਰਨ ਦੀ ਸ੍ਰਿਸ਼ਟੀ ਕਰਨੀ ਹੁੰਦੀ ਹੈ। ਢੁਕਵੇਂ ਵਾਤਾਵਰਨ ਵਿੱਚ ਵੀ ਪਾਤਰ ਸਹੀ ਢੰਗ ਨਾਲ ਵਿਚਰ ਸਕਦਾ ਹੈ। ਪਾਤਰ ਅਤੇ ਵਾਤਾਵਰਨ ਦਾ ਬਹੁਤ ਡੂੰਘਾ ਸੰਬੰਧ ਹੈ। ਇਸ ਲਈ ਵਾਤਾਵਰਨ ਦਾ ਸਰੂਪ ਪਾਤਰ ਦੇ ਵਿਅਕਤੀਤਵ ਦੇ ਅਨੁਸਾਰ ਹੀ ਹੋਣਾ ਬਹੁਤ ਜ਼ਰੂਰੀ ਹੈ। ਜਿਸ ਦੇਸ਼ ਜਾਂ ਕਾਲ ਨਾਲ ਨਾਟਕ ਦੀ ਕਥਾ ਦਾ ਸੰਬੰਧ ਹੈ ਉਸ ਦੇ ਸਹੀ ਚਰਿੱਤਰ ਤੋਂ ਬਿਨਾਂ ਨਾਟਕ ਸਫਲ ਨਹੀਂ ਹੋ ਸਕਦਾ। ਵਾਤਾਵਰਨ ਦੀ ਢੁਕਵੀਂ ਸਿਰਜਣਾ ਪਾਤਰਾਂ ਦੇ ਬਸਤਰਾਂ, ਉਹਨਾਂ ਦੀ ਭਾਸ਼ਾ ਅਤੇ ਸਮਕਾਲੀ ਅਵਸਥਾ ਰਾਹੀਂ ਕੀਤੀ ਜਾ ਸਕਦੀ ਹੈ। ਰਾਜੇ ਲਈ ਰਾਜੇ ਦੇ ਬਸਤਰ, ਮੰਗਤੇ ਲਈ ਮੰਗਤੇ ਦੇ ਬਸਤਰ ਸਹੀ ਵਾਤਾਵਰਨ ਪੇਸ਼ ਕਰ ਸਕਦੇ ਹਨ। ਪੜ੍ਹੇ ਹੋਏ ਅਤੇ ਅਨਪੜ੍ਹ ਦੇ ਬਸਤਰਾਂ ਅਤੇ ਬੋਲਾਂ ਵਿੱਚ ਫਰਕ ਹੁੰਦਾ ਹੈ। ਇਤਿਹਾਸਕ ਪਿਛੋਕੜ ਵਾਲੇ ਨਾਟਕਾਂ ਦੇ ਪਾਤਰਾਂ ਦੀ ਭਾਸ਼ਾ ਵਿੱਚ ਉਸ ਦੇ ਸਮੇਂ ਦੇ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਨਾਲ ਵੀ ਸਹੀ ਵਾਤਾਵਰਨ ਸਿਰਜਣ ਵਿੱਚ ਸਹਾਇਤਾ ਮਿਲਦੀ ਹੈ। ਨਾਟਕ ਦੀ ਕਥਾ ਵਸਤੂ ਅਨੁਸਾਰ ਚਿਤਰੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਪਰਿਸਥਿਤੀਆਂ ਵਿੱਚ ਵੀ ਨਾਟਕ ਵਿੱਚ ਸੁਭਾਵਿਕਤਾ ਅਤੇ ਵਾਸਤਵਿਕਤਾ ਦਾ ਤੱਤ ਵਧਾਉਂਦੀਆਂ ਹਨ। ਸੱਚਮੁੱਚ ਵਾਤਾਵਰਨ ਨਾਲ ਹੀ ਨਾਟਕ ਦਾ ਸਹੀ ਪ੍ਰਭੇਦ ਉਗੜਦਾ ਹੈ। ਪੱਛਮੀ ਪਰੰਪਰਾ ਅਨੁਸਾਰ ਨਾਟਕ ਦਾ ਪੰਜਵਾਂ ਤੱਤ ਹੈ ਭਾਸ਼ਾ ਸ਼ੈਲੀ। ਪਿੱਛੇ ਵਾਰਤਾਲਾਪ ਬਾਰੇ ਲਿਖਦਿਆਂ ਦੱਸਿਆ ਜਾ ਚੁੱਕਾ ਹੈ ਕਿ ਵਾਰਤਾਲਾਪ ਨਾਟਕ ਦਾ ਪ੍ਰਾਣ ਹੈ। ਵਾਰਤਾਲਾਪ ਦਾ ਸਰੂਪ ਭਾਸ਼ਾ ਅਤੇ ਸ਼ੈਲੀ ਉੱਤੇ ਨਿਰਭਰ ਕਰਦਾ ਹੈ। ਜੋ ਭਾਸ਼ਾ ਸ਼ੈਲੀ ਢੁਕਵੀਂ ਨਹੀਂ ਹੋਵੇਗੀ ਤਾਂ ਵਾਰਤਾਲਾਪ ਢੁਕਵਾਂ ਨਹੀਂ ਬਣ ਸਕੇਗਾ ਅਤੇ ਨਾਟਕ ਅਸਫਲ ਸਿੱਧ ਹੋਏਗਾ। ਨਾਟਕ ਦੀ ਭਾਸ਼ਾ ਦਾ ਪਾਤਰ, ਪ੍ਰਸੰਗ ਅਤੇ ਭਾਵ ਅਨੁਕੂਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹ ਸਰਲ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਉਹੀ ਸ਼ਬਦ ਵਰਤਣੇ ਉਚਿਤ ਹੁੰਦੇ ਹਨ ਜੋ ਸੰਬੰਧਿਤ ਪਾਤਰ ਆਮ ਜੀਵਨ ਵਿੱਚ ਵਰਤਦੇ ਹੋਣ। ਨਾਟਕ ਦੀ ਸ਼ੈਲੀ ਵੀ ਬੜੀ ਰੋਚਕ ਅਤੇ ਸੁਭਾਵਕ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਰੋਤਾ ਦੇ ਕੰਨਾਂ, ਅੱਖਾਂ ਅਤੇ ਹਿਰਦੇ ਨੂੰ ਆਪਣੇ ਵੱਲ ਖਿੱਚ ਸਕੇ, ਕੀਲ ਸਕੇ। ਲੋੜ ਅਨੁਸਾਰ ਵਾਕਾਂ ਨੂੰ ਲੰਮਾ ਅਤੇ ਸੰਖਿਪਤ ਬਣਾਉਣਾ, ਵਾਕਾਂ ਵਿੱਚ ਉਚਿਤ ਥਾਂ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਕਰਨਾ ਆਦਿ ਚੰਗੀ ਸ਼ੈਲੀ ਦੇ ਗੁਣ ਹਨ। ਲੋੜ ਅਨੁਸਾਰ ਗੀਤਾਂ ਦੀ ਵਰਤੋਂ ਕਰਨ ਅਤੇ ਕਿਤੇ ਕਿਤੇ ਨਾਚ ਦੇ ਦ੍ਰਿਸ਼ ਪੇਸ਼ ਕਰਨ ਨਾਲ ਸ਼ੈਲੀ ਨੂੰ ਉਗੜਨ ਵਿੱਚ ਸਹਾਇਤਾ ਮਿਲਦੀ ਹੈ। ਭਾਵਾਂ ਦਾ ਅਨੁਭਵ ਤੀਬਰ ਹੁੰਦਾ ਹੈ ਅਤੇ ਸਹੀ ਵਾਤਾਵਰਨ ਦੇ ਸਿਰਜਣ ਵਿੱਚ ਮਦਦ ਮਿਲਦੀ ਹੈ। ਪੱਛਮੀ ਪਰੰਪਰਾ ਅਨੁਸਾਰ ਨਾਟਕ ਦਾ ਛੇਵਾਂ ਤੱਤ ਹੈ ਉਦੇਸ਼। ਹਰ ਇੱਕ ਸਾਹਿਤ ਰੂਪ ਦਾ ਮੁੱਖ ਉਦੇਸ਼ ਹੈ ਜੀਵਨ ਦੀ ਵਿਆਖਿਆ ਕਰਨਾ।
ਜਿਸ ਰਚਨਾ ਵਿੱਚ ਜੀਵਨ ਦੀ ਜਿਤਨੀ ਸਹੀ ਵਿਆਖਿਆ ਹੋਵੇਗੀ ਉਤਨੀ ਹੀ ਉਹ ਰਚਨਾ ਨਾਲ ਸਫਲ ਸਮਝੀ ਜਾਏਗੀ। ਨਾਟਕ ਦਾ ਉਦੇਸ਼ ਵੀ ਜੀਵਨ ਦੀ ਵਿਆਖਿਆ ਕਰਨਾ ਹੈ, ਪਰ ਬਾਕੀ ਸਾਹਿਤ ਰੂਪਾਂ ਨਾਲੋਂ ਨਾਟਕ ਰਾਹੀਂ ਇਹ ਵਿਆਖਿਆ ਅਧਿਕ ਪ੍ਰਭਾਵਸ਼ਾਲੀ ਹੋ ਸਕਦੀ ਹੈ, ਕਿਉਂਕਿ ਨਾਟਕ ਵਿੱਚ ਲੇਖਕ ਖੁਦ ਵਿਆਖਿਆ ਨਾ ਕਰਕੇ ਪਾਤਰਾਂ ਰਾਹੀਂ ਕਰਵਾਉਂਦਾ ਹੈ ਅਤੇ ਸਾਰੀ ਵਿਆਖਿਆ ਰੰਗਮੰਚ ਉੱਤੇ ਪੇਸ਼ ਹੁੰਦੀ ਹੈ। ਪਾਤਰਾਂ ਰਾਹੀਂ ਵਿਆਖਿਆ ਨੂੰ ਚਿੱਤਰ ਸਕਣਾ ਸਰਲ ਨਹੀਂ, ਇਸ ਲਈ ਨਾਟਕਾਂ ਨੂੰ ਬਹੁਤ ਅਭਿਆਸ ਕਰਨ ਦੀ ਲੋੜ ਹੈ। ਕਲਾ ਲਈ ਦੀ ਮਾਨਤਾ ਉਦੇਸ਼ ਦੇ ਤੱਤ ਦੇ ਮਹੱਤਵ ਨੂੰ ਘੱਟ ਕਰਦੀ ਹੈ, ਪਰ ਕੋਈ ਕੰਮ ਵੀ ਨਿਰ-ਉਦੇਸ਼ ਨਹੀਂ ਹੁੰਦਾ। ਕਿ ਭਾਰਤੀ ਅਤੇ ਕਿ ਪੱਛਮੀ ਵਿਦਵਾਨਾਂ ਨੇ ਸਥਾਪਿਤ ਕੀਤਾ ਹੈ ਕਿ ਨਾਟਕਕਾਰ ਆਪਣੇ ਨਾਟਕ ਰਾਹੀਂ ਕਿਸੇ ਉਦੇਸ਼ ਦੀ ਪੂਰਤੀ ਅਵੱਸ਼ ਕਰਦਾ ਹੈ। ਉਹ ਜੀਵਨ ਵਿੱਚ ਵਾਪਰਨ ਵਾਲੀ ਕਿਸੇ ਘਟਨਾ ਤੋਂ ਪ੍ਰੇਰਿਤ ਹੋ ਕੇ ਨਾਟਕ ਰਾਹੀਂ ਉਸ ਵਿੱਚ ਨਵੇਂ ਅਰਥ ਭਰਦਾ ਹੈ। ਜੇ ਉਹ ਆਪਣਾ ਮਨੋਰਥ ਦਰਸ਼ਕਾਂ ਸਾਹਮਣੇ ਰੱਖ ਹੀ ਨਹੀਂ ਸਕਦਾ ਤਾਂ ਉਸ ਨੂੰ ਨਾਟਕ ਲਿਖਣ ਦਾ ਕੀ ਲਾਭ। ਉਦੇਸ਼ ਨੂੰ ਨਿਸ਼ਚਿਤ ਕੀਤੇ ਬਿਨਾਂ ਕੋਈ ਨਾਟਕਕਾਰ ਨਾਟਕ ਲਿਖਣ ਦਾ ਕੰਮ ਸ਼ੁਰੂ ਹੀ ਨਹੀਂ ਕਰ ਸਕਦਾ। ਕੁਝ ਵਿਦਵਾਨਾਂ ਨੇ ਰੰਗਮੰਚ ਅਨੁਕੂਲਤਾ ਨੂੰ ਵੀ ਨਾਟਕ ਦਾ ਇੱਕ ਤੱਤ ਮੰਨਿਆ ਹੈ, ਪਰ ਅਸਲ ਵਿੱਚ ਰੰਗਮੰਚੀ ਗੁਣਾਂ ਤੋਂ ਬਿਨਾਂ ਅੱਜ ਕੱਲ੍ਹ ਨਾਟਕ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।